ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਹਾਂ ਤੇ ਅਸੀਂ ਡਟ ਕੇ ਸਰਕਾਰ ਦਾ ਵਿਰੋਧ ਕਰਦੇ ਹਾਂ। ਇਹ ਅੱਜ ਇਹਨਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਆ ਜਿਹੜੀ ਕਹਿੰਦੇ ਸੀ ਪੰਜਾਬ ਦਾ ਯੂਥ ਨਸ਼ੇੜੀ ਹੋ ਜਾਏਗਾ, ਉੜਦਾ ਪੰਜਾਬ ਹੋ ਚੁੱਕਿਆ ਆ। ਅੰਦੋਲਨ ਜੀ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਜੀ। ਇਹ ਸਰਕਾਰ ਤਾਂ ਲੋਕਾਂ ਨੇ ਬਣਾਈ ਹੈ ਸਰਕਾਰ, ਜੇ ਲੋਕ ਹੀ ਨਹੀਂ ਖੋਜਦੇ ਸਰਕਾਰ ਕਰੀ ਜੀ। ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਤਕਰੀਬਨ 70 ਕੁ ਸਾਲ ਹੋ ਗਏ ਆ, ਕੋਈ ਇੰਨੀ ਭੈੜੀ ਸਰਕਾਰ ਨਹੀਂ ਅੱਜ ਤੱਕ ਆਈ। ਕਿਸਾਨੀ ਅੰਦੋਲਨ ਜਿਹੜਾ ਬਿਲਕੁਲ ਸੱਚਾ ਸੱਚ ਦੇ ਆਧਾਰ ਤੇ ਆਈ ਚੱਲ ਰਿਹਾ ਤੇ ਸਾਰੇ ਜਿਹੜੇ ਪਰੇਸ਼ਾਨ ਨੇ, ਇੱਕ ਤਾਂ ਜਿਹੜੇ ਕਾਨੂੰਨ ਆ ਜਿਹੜੇ ਬਿਲਕੁਲ ਗਲਤ ਨੇ, ਕਿਉਂਕਿ ਇਹਨਾਂ ਨਾਲ ਹੀ ਸਾਡਾ ਸਾਰਾ ਕੋਈ ਰੁਜ਼ਗਾਰ ਜੁੜਿਆ ਹੈ। ਜੇ ਇਹ ਨਹੀਂ ਤਾਂ ਅਸੀਂ ਵੀ ਕੁਝ ਨਹੀਂ ਹੈਗੇ। ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਜੀ। ਜੇ ਕਿਸਾਨ ਹੋਣਗੇ ਤਾਂ ਦੁਕਾਨਦਾਰ ਹੋਣਗੇ। ਜੇ ਸਾਡੇ ਅੰਨਦਾਤੇ ਨਾ ਹੁੰਦੇ ਸਾਡੇ ਭਾਰਤ ਵਿੱਚ, ਤੇ ਜੇ ਕਰੋਨਾ ਦੇ ਵਿੱਚ ਲੋਕਾਂ ਨੇ ਲੰਗਰ ਲਾਏ, ਕਿਸੇ ਲੋਕਾਂ ਨੂੰ ਇਹਨਾਂ ਨੂੰ 2 ਵਕਤ ਦੀ ਰੋਟੀ ਨਹੀਂ ਦੇ ਹੋਣੀ ਸੀ। ਇਹ ਸਭ ਕੁਝ ਮੋਦੀ ਸਰਕਾਰ ਜਿਹੜੀ ਕਰ ਰਹੀ ਆ, ਜ਼ਮੀਨਾਂ ਖੋਹ ਰਹੀ ਆ ਉਹਨਾਂ ਤੋਂ। ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਕਾਲੇ ਕਾਨੂੰਨ ਵਾਪਸ ਲਿੱਤੇ ਜਾਣ ਤੇ ਉਹਨਾਂ ਨੂੰ ਕਿਸਾਨਾਂ ਨੂੰ ਆਪਣੇ ਘਰ ਵਿੱਚ ਭੇਜਿਆ ਜਾਵੇ। ਪਹਿਲਾਂ ਤਾਂ ਉਹ ਅੰਨਦਾਤਾ ਆ, ਵਪਾਰ ਤਾਂ ਅਸੀਂ ਲੋਕ ਕਰਦੇ ਆ। ਜੇ ਇਹ ਨਹੀਂ ਹੈਗੇ ਤਾਂ ਸਾਡਾ ਵਪਾਰ ਆਪਣੇ ਆਪ ਰੁਕ ਜਾਣਾ ਹੈਗਾ। ਜਿਹੜਾ ਬੰਦਾ ਪੇ ਦਾਦੇ ਦੀ ਨਾ ਜਿਹੜੀ ਕਮਾਈ ਹੁੰਦੀ ਐਫਡੀਆਂ ਤੜਾ ਕੇ ਔਰ ਜਿਹੜੀ ਪ੍ਰਾਪਰਟੀ ਵੇਚ ਕੇ ਘਰ ਚਲਾਉਂਦੇ, ਉਹਨੂੰ ਨਲਾਇਕ ਪੁੱਤ ਕਹਿੰਦੇ ਆ ਤੇ ਮੋਦੀ ਸਾਹਿਬ ਅੱਜ ਨਲਾਇਕ ਪੁੱਤ ਸਾਬਤ ਹੋ ਰਹੇ ਆ। नमस्कार, सांझ टीवी देख रहे सारे दर्शकों का स्वागत है। मैं सुनैना। सो जिवें कि तुहानूं पता कि दिल्ली दे विच किसानी अंदोलन पूरे जोरा शोरां ते हर एक वर्ग उन्हां दा साथ दे रहा है। पर जे मोदी सरकार की गल करिए, पर मोदी सरकार अपने फैसले तो टस तो मस नहीं हो रही ते उन्हां दा कहना है कि असीं कानूनां दे विच सोध करांगे पर रद्द नहीं करांगे। पर किसान जिहड़े आ ओह कानून रद्द करवाउण दे हक दे विच है। ते अज असीं फगवाड़े दे सिनेमा रोड ते खड़े आ, जिथे तुसीं देख सकदे कि दुकानदार भी जिहड़े कि किसानी अंदोलन दा पूरी तरह समर्थन कर रहे हैं। उन्होंने अपनी दुकानां दे बाहर झंडे किसानी झंडे लहराए गए ते आप इत्थों दुकानदारां नाल गलबात करदे कि उन्हां दा किसानी अंदोलन दे बारे की कहना है। आप गलबात करते हैं हुण। अंकल जी, जिवें कि दिल्ली दे विच किसानी अंदोलन दा हर एक वर्ग जिहड़ा कि साथ दे रहा, तुसीं भी दुकानदार अपनी दुकान दे बाहर झंडा लगाया गया किसानी, जिहड़ा कि तुसीं की कहना चाहुंदे किसानी अंदोलन नूं लैके? किसानी अंदोलन ਜਿਹੜਾ ਬਿਲਕੁਲ ਸੱਚਾ ਸੱਚ ਦੇ ਆਧਾਰ ਤੇ ਆਈ ਚੱਲ ਰਿਹਾ ਤੇ ਸਾਰੇ ਜਿਹੜੇ ਪਰੇਸ਼ਾਨ ਨੇ, ਇੱਕ ਤਾਂ ਜਿਹੜੇ ਕਾਨੂੰਨ ਆ ਜਿਹੜੇ ਬਿਲਕੁਲ ਗਲਤ ਨੇ, ਉਹ ਕਹਿੰਦੇ ਕਿਸਾਨ ਅਨਪੜ੍ਹ ਨੇ। ਬਟ ਅੱਜ ਕੱਲ ਸਾਰਾ ਚੇਂਜ ਆ। ਇੱਥੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਅੱਜ ਕੱਲ੍ਹ ਪੰਜਾਬ 'ਚ ਬਹੁਤ ਲੋਕੀ ਆਈਲੈਟਸ ਜਿੱਦਾਂ ਮੰਨ ਲਓ ਤੁਸੀਂ ਕਰ ਰਹੇ ਆ ਤੇ ਨੌਲੇਜ ਹਰੇਕ ਰੱਖਦੇ ਆ। ਇੱਥੋਂ ਜਿਹੜੇ ਵਕੀਲ ਆ ਉਹ ਵੀ ਸਾਥ ਦਿੰਦੇ। ਵਕੀਲ ਕਿਉਂ ਸਾਥ ਦੇ ਰਹੇ ਆ? ਕਾਨੂੰਨ ਗਲਤ ਆ, ਕਾਨੂੰਨ ਤਾਂ ਹੀ ਸਾਥ ਦੇ ਰਹੇ ਆ। ਵਕੀਲਾਂ ਤੋਂ ਜ਼ਿਆਦਾ ਪਤਾ। ਤੁਸੀਂ ਇਹ ਵੀ ਕਹਿ ਸਕਦੇ ਆਮ ਲੋਕਾਂ ਨੂੰ ਨਹੀਂ ਪਤਾ ਜੀ। ਜਦ ਵਕੀਲਾਂ ਨੂੰ ਪਤਾ ਆ ਉਹ ਦੇ ਰਹੇ ਆ, ਫਿਰ ਗੱਲ ਹੀ ਖਤਮ ਇੱਥੇ। ਜੇ ਆਪਾਂ ਮੋਦੀ ਸਰਕਾਰ ਦੀ ਗੱਲ ਕਰੀਏ, ਮੋਦੀ ਸਰਕਾਰ ਤਾਂ ਮੀਟਿੰਗਾਂ ਪਾਈ ਜਾਂਦੀ ਹੈ ਪਰ ਕੋਈ ਹੱਲ ਨਹੀਂ ਕੱਢਦੀ। ਕੀ ਕਹਿਣਾ ਚਾਹੋਗੇ? ਇਹ ਸਭ ਨੂੰ ਪਤਾ ਜੀ ਕਿਉਂ ਨਹੀਂ ਹੱਲ ਕੱਢ ਰਹੇ। ਉਹ ਜਿਹਦੇ ਬੇਸ ਤੇ ਕਰਦੇ ਪਏ ਕੰਮ, ਉਹਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਜਿਹਦੇ ਬੇਸ ਤੇ ਉਹ ਆਪ ਬਣੇ ਆ। ਲੱਗਦਾ ਕਿ ਜਿਹੜੇ ਕਿ ਨਜਾਇਜ਼ ਤੌਰ ਤੇ ਕਿਸਾਨਾਂ ਦੇ ਉੱਤੇ ਥੋਪੇ ਜਾ ਰਹੇ ਆ ਇਹ ਕਾਨੂੰਨ। ਬਿਲਕੁਲ ਜੀ ਸੱਚ ਹੈ, ਨਜਾਇਜ਼ ਹੈ। ਕੀ ਸ਼ੀਸ਼ਾ ਦਿਖਾਉਣਾ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਤਾਂ ਜੋ ਰੱਦ ਤੁਰੰਤ ਕਰੇ ਇਹ ਕਾਨੂੰਨ? ਸ਼ੀਸ਼ਾ ਇਹ ਦਿਖਾਉਣਾ ਚਾਹੁੰਦੇ ਉਹਨਾਂ ਨੂੰ, ਉਹਨਾਂ ਆਪਣਾ ਵੀ ਭਲਾ ਜੇ ਕਰਨਗੇ। ਕੱਲ੍ਹ ਨੂੰ ਵੋਟਾਂ ਉਹਨਾਂ ਨੇ ਲੈਣੀਆਂ। ਐਸੋ ਸਾਰਾ ਪੰਜਾਬ ਉਹਨਾਂ ਦੇ ਅੰਗੇਸ ਚੱਲ ਰਿਹਾ। ਉਹ ਉਹਨਾਂ ਦੇ ਨਾਲ ਤਾਂ ਹੀ ਬੈਠੂਗਾ ਜੋ ਉਹਨਾਂ ਨਹੀਂ ਮੰਨੂਗੇ। ਜੇ ਮੰਨੂਗੇ ਤਾਂ ਸਾਰਾ ਇਕੱਲਾ ਪੰਜਾਬ ਹੀ ਨਹੀਂ, ਤੁਸੀਂ ਦੇਖਿਆ ਸਾਰੇ ਰਾਜਾਂ 'ਚ ਇਹੀ ਹਾਲ ਹੈ ਇਸ ਵੇਲੇ। ਸਾਰੇ ਇਹਨਾਂ ਦੇ ਖਿਲਾਫ ਨੇ, ਇਹਨਾਂ ਦੇ ਨਾਲ ਜੁੜ ਸਕਦੇ ਨੇ, ਇਹ ਦੁਬਾਰਾ ਸੱਤਾ 'ਚ ਆ ਸਕਦੇ ਆ ਜੇ ਮੰਨ ਲੈਣ ਜਲਦੀ। ਜਿੰਨਾ ਜਲਦੀ ਮੰਨੋਗੇ ਉਹਨਾਂ ਇਹਨਾਂ ਨੂੰ ਜ਼ਿਆਦਾ ਬੈਨੀਫਿਟ ਹੋਊਗਾ। ਜਿਵੇਂ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਸਮਰਥਨ ਹਰ ਇੱਕ ਲੋਕ ਕਰਦੇ, ਹਰ ਇੱਕ ਵਰਗ ਕਰਦੇ। ਤੁਸੀਂ ਵੀ ਇੱਕ ਦੁਕਾਨਦਾਰ ਹੋ, ਤੁਸੀਂ ਵੀ ਸਮਰਥਨ ਕਰ ਰਹੇ ਹੋ। ਕਿਸ ਤਰ੍ਹਾਂ ਇਸ ਅੰਦੋਲਨ ਨੂੰ ਦੇਖਦੇ ਹੋ? ਅੰਦੋਲਨ ਜੀ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਜੀ। ਇਹ ਜੇ ਉਹ ਉੱਥੇ ਬਹਿ ਕੇ ਸਾਡੇ ਜ਼ਿਮੀਂਦਾਰ ਭਰਾ ਲੜਾਈ ਲੜ ਰਹੇ ਆ, ਉਹ ਆਪਣੇ ਵਾਸਤੇ ਤਾਂ ਲੜ ਰਹੇ ਆ, ਨਾਲ ਸਾਡੇ ਲਈ ਵੀ ਲੜ ਰਹੇ ਆ ਕਿ ਕੱਲ੍ਹ ਨੂੰ ਸਾਨੂੰ 200 ਰੁਪਏ ਕਿਲੋ ਜਾਂ 400 ਰੁਪਏ ਕਿਲੋ ਆਟਾ ਖਾਣ ਦੀ ਨੌਬਤ ਨਾ ਆਵੇ। ਇਸ ਲਈ ਸਾਨੂੰ ਦੁਕਾਨਦਾਰ ਭਰਾਵਾਂ ਨੂੰ ਵੀ ਉਹਨਾਂ ਦੇ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਉਹਨਾਂ ਨੂੰ ਕਿ ਜੋ ਕੱਲ੍ਹ ਨੂੰ ਜਿਹੜੇ 3 ਕਾਨੂੰਨ ਹੈ ਵਾਪਸ ਲਏ ਜਾਣ ਤੇ ਜੋ ਆਟਾ ਗਰੀਬ ਬੰਦਾ ਰੋਟੀ ਖਾ ਰਿਹਾ ਆ ਉਹ ਬਿਲਕੁਲ ਇਸੇ ਰੇਟ ਦੇ ਉੱਤੇ, ਜੋ ਮਹਿੰਗਾਈ ਦੇਖ ਲਓ ਕਿੰਨੀ ਹੋ ਚੁੱਕੀ ਹੈ, ਮਤਲਬ ਇਸੇ ਰੇਟ ਦੇ ਉੱਤੇ ਰੋਟੀ ਖਾਈ ਜਾਵੇ ਬੰਦਾ
ਹਾਂਜੀ। ਤੇ ਇੱਕ ਗੱਲ ਹੋਰ ਕਿ ਜਿਵੇਂ ਕਿ ਮੋਦੀ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਇਹ ਤਾਂ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਕੀ ਕਹਿਣਾ ਚਾਹੋਗੇ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਕੋਈ ਬੰਦਾ ਕੋਈ ਐਵੇਂ ਤਾਂ ਹੁੰਦਾ ਨਹੀਂ ਹੈਗਾ। ਸਾਰੇ ਅੱਜ ਕੱਲ ਜਿਹੜੇ ਜ਼ਿਮੀਂਦਾਰ ਆ, ਪੜ੍ਹੇ ਲਿਖੇ ਮੁੰਡੇ ਆ, ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਮੁੰਡੇ ਆ, ਕੋਈ ਜਿਹੜੇ ਨਾਲ ਉੱਥੇ ਜਾ ਕੇ ਖੜੇ ਹੋਏ ਆ। ਇਹ ਸਭ ਕੁਝ ਮੋਦੀ ਸਰਕਾਰ ਜਿਹੜੀ ਕਰ ਰਹੀ ਆ, ਜ਼ਮੀਨਾਂ ਖੋਹ ਰਹੀ ਆ ਉਹਨਾਂ ਤੋਂ। ਇਹ ਜ਼ਮੀਨਾਂ ਉਹਨਾਂ ਨੂੰ ਖੋਹਣ ਨਹੀਂ ਦੇਣੀਆਂ ਜੀ। ਇਹ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਦੇਖੋ ਕਿੰਨੇ ਮੁੰਡੇ ਉੱਥੇ ਸ਼ਹੀਦ ਹੋ ਰਹੇ ਆ, 15 16 ਸਾਲਾਂ ਦੇ ਮੁੰਡੇ ਹਾਰਟ ਅਟੈਕ ਆ ਰਹੇ ਆ ਉੱਤੇ। ਬਹੁਤ ਮੁੰਡੇ ਮਤਲਬ ਉੱਥੇ ਕਈ ਆਪਣੇ ਜਿਹੜੇ ਆ ਪਿਓ ਸਮਾਨ ਉਹ ਵੀ ਉੱਥੇ ਸ਼ਹੀਦ ਹੋ ਰਹੇ ਆ। ਇਸ ਲਈ ਇਹਨਾਂ ਨੂੰ ਜਲਦੀ ਤੋਂ ਜਲਦੀ ਹੁਣ ਕਾਨੂੰਨ ਵਾਪਸ ਲਏ ਜਾਣ ਤੇ ਜੋ ਆਪਣਾ ਪੰਜਾਬ ਜਿੱਦਾਂ ਆਪਣਾ ਰਾਜੀ ਖੁਸ਼ੀ ਸੀਗਾ ਉੱਦਾਂ ਹੀ ਦੁਬਾਰਾ ਹੋਇਆ ਵੇ। ਲੱਗਦਾ ਹੈ ਕਿ ਮੋਦੀ ਸਰਕਾਰ ਕਾਨੂੰਨ ਵਾਪਸ ਲਵੇਗੀ ਕਿਉਂਕਿ ਮੀਟਿੰਗਾਂ ਤੇ ਮੀਟਿੰਗਾਂ ਅੱਗੇ ਪਾਈਆਂ ਜਾ ਰਹੀਆਂ। ਇਹ ਤਾਂ ਲੈਣੇ ਹੀ ਪੈਣੇ ਆ ਜੀ ਉਹਨਾਂ ਨੂੰ। ਜੇ ਨਹੀਂ ਲੈਣਗੇ ਤਾਂ ਫਿਰ ਉਹਨਾਂ ਨੇ ਉੱਤੇ ਪੱਕੇ ਡੇਰੇ ਲਾਏ ਹੋਏ ਆ ਆਪਣੇ। ਉਹ ਕਹਿੰਦੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਮਕਾਨ ਵੀ ਪਾਉਣ ਨੂੰ ਤਿਆਰ ਹਾਂ। ਅਸੀਂ ਇਹ ਤਾਂ ਲੈਣੇ ਹੀ ਪੈਣੇ ਆ ਜੀ ਉਹਨਾਂ ਨੂੰ ਵਾਪਸ। ਜਿਵੇਂ ਕਿਸਾਨੀ ਅੰਦੋਲਨ ਪੂਰੇ ਜੋਰਾਂ ਸ਼ੋਰਾਂ ਤੇ ਹੈ ਤੇ ਹਰ ਇੱਕ ਵਰਗ ਉਹਨਾਂ ਦਾ ਸਮਰਥਨ ਕਰ ਰਿਹਾ ਤੇ ਤੁਸੀਂ ਵੀ ਆਪਣੇ ਦੁਕਾਨਾਂ ਦੇ ਬਾਹਰ ਜਿਹੜੇ ਕਿ ਝੰਡੇ ਲਗਾਏ ਆ ਕਿਸਾਨੀ ਝੰਡੇ, ਤੇ ਕੀ ਕਹਿਣਾ ਚਾਹੋਗੇ? ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਜੀ। ਜੇ ਕਿਸਾਨ ਹੋਣਗੇ ਤਾਂ ਦੁਕਾਨਦਾਰ ਹੋਣਗੇ, ਜੇ ਕਿਸਾਨ ਨਹੀਂ ਹੋਣਗੇ ਤਾਂ ਦੁਕਾਨਦਾਰ ਬੇਕਾਰ ਹੈ ਜੀ। ਦੁਕਾਨਦਾਰ ਬੇਕਾਰ ਹੈ ਬਿਲਕੁਲ ਜੀ। ਤੇ ਸਰਕਾਰ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਜੋ ਕਿਸਾਨ ਕਹਿੰਦੇ ਆ ਬਿਲਕੁਲ ਸਹੀ ਕਹਿੰਦੇ ਆ ਜੀ। ਬਿਲਕੁਲ ਮੰਨਣੀ ਚਾਹੀਦੀ ਸਰਕਾਰ ਨੂੰ। ਜਿਵੇਂ ਮੀਟਿੰਗਾਂ ਤੇ ਮੀਟਿੰਗਾਂ ਰੱਖੀ ਜਾਂਦੀ ਹੈ ਕੇਂਦਰ ਸਰਕਾਰ, ਹਮੇਸ਼ਾ ਹੀ ਮੀਟਿੰਗ ਬੇਸਿੱਟਾ ਨਿਕਲਦੀ ਹੈ। ਤੁਹਾਨੂੰ ਲੱਗਦਾ ਕਿ ਕੋਈ ਹੱਲ ਨਿਕਲੇਗਾ? ਹੁਣ ਕੱਲ ਵੀ ਮੀਟਿੰਗ ਰੱਖੀ, ਬੇਸਿੱਟਾ ਨਿਕਲਦੀ ਤਾਂ ਕਿ ਉਹ ਮੰਨਦਾ ਨਹੀਂਗਾ ਤੇ ਹੋ ਸਕਦਾ 2-4 ਮਹੀਨੇ ਜਾਂ ਬਾਅਦ ਉਹਨੂੰ ਮੰਨਣਾ ਪਊਗਾ ਸਰਕਾਰ ਨੂੰ ਜ਼ਰੂਰ ਜੀ। ਸਰਕਾਰ ਤਾਂ ਲੋਕਾਂ ਨੇ ਬਣਾਈ ਸਰਕਾਰ, ਜੇ ਲੋਕ ਹੀ ਨਹੀਂ ਖੋਜਦੇ ਸਰਕਾਰ ਕਰੀ ਜੀ। ਇਹ ਤਾਂ ਕਹਿੰਦੇ ਆ ਕਿ ਜਿਵੇਂ ਕਿ ਸਰਕਾਰ ਕਹੀ ਜਾਂਦੀ ਹੈ ਕਿ ਲੋਕਾਂ ਨੂੰ ਵਰਗਲਾ ਕੇ ਧਰਨੇ ਤੇ ਬਿਠਾਇਆ ਗਿਆ। ਇਹ ਤਾਂ ਜਿਹੜੇ ਕਾਨੂੰਨ ਆ ਕਿਸਾਨਾਂ ਦੇ ਹੱਕ ਵਿੱਚ, ਕੀ ਕਹੋਗੇ? ਨਹੀਂ, ਕਿਸਾਨ ਕੋ ਨਿਆਣੇ ਥੋੜਾ ਹੈਗਾ ਜੀ। ਉਹਨਾਂ ਨੂੰ ਸਭ ਕੁਝ ਪਤਾ। ਕਾਨੂੰਨ ਜੇ ਕਾਨੂੰਨ ਖਰੇ ਹੁੰਦੇ ਤਾਂ ਰੱਖ ਨਾ ਲੈਂਦੇ। ਉਹਨਾਂ ਨੂੰ ਕਾਨੂੰਨ ਨਹੀਂ, ਕਾਨੂੰਨ ਉਹਨਾਂ ਵਾਸਤੇ ਨਹੀਂ ਵਧੀਆ, ਉਹਨਾਂ ਵਾਸਤੇ ਉਹਨਾਂ ਨੇ ਤਾਂ ਕਿਹਾ ਵਾਪਸ ਕਰ ਲਓ ਕਾਨੂੰਨ ਜੀ, ਕਿ ਉਹਨਾਂ ਦੀ ਕਿਸਾਨੀ ਬਿਲਕੁਲ ਬਰਬਾਦ ਹੁੰਦੀ ਹੈ ਜੀ। ਤੇ ਇਸ ਕਰਕੇ ਉਹ ਬੇਵਕੂਫ ਤਾਂ ਹੈ ਨਹੀਂ ਜਿਹੜੇ 2-3 ਮਹੀਨੇ ਹੋ ਗਿਆ ਅਗਲੇ ਧਰਨੇ 'ਤੇ ਬੈਠੇ ਆ ਜੀ। ਆਪਣਾ ਘਰ ਬਾਰ ਛੱਡ ਕੇ ਸਾਰੇ ਠੰਡ 'ਚ ਬੈਠੇ ਆ, ਮੀਂਹ 'ਚ ਬੈਠੇ ਆ। ਤੇ ਬਿਲਕੁਲ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਜੀ। ਕੀ ਆਖਰ ਦੇ ਵਿੱਚ ਕਹਿਣਾ ਚਾਹੁੰਦੇ ਆ, ਕਿਵੇਂ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦੇ ਆ? ਸਰਕਾਰ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਜੀ, ਜਲਦੀ ਮੰਨ ਲੈਣੀ ਚਾਹੀਦੀ ਹੈ। ਕਿਉਂ ਫਿਰ ਵੀ ਸਰਕਾਰ ਜੇ ਲੋਕ ਸਰਕਾਰ ਬਣਾਉਂਦੇ ਆ ਤੇ ਬਣਾਉਣੀ ਤਾਂ ਲੋਕਾਂ ਨੇ ਸਰਕਾਰ, ਆਪ ਤਾਂ ਬਣ ਨਹੀਂ ਸਕਦੀ ਸਰਕਾਰ। ਉਹ ਜੇ ਲੋਕ ਸਮਰਥਨ ਦੇਣ ਤਾਂ ਹੀ ਸਰਕਾਰ ਬਣੇਗੀ। ਸਰਕਾਰ ਨੂੰ ਗੱਲ ਮੰਨ ਲੈਣੀ ਚਾਹੀਦੀ, ਬਿਲਕੁਲ ਜ਼ਰੂਰ ਮੰਨ ਲੈਣੀ ਚਾਹੀਦੀ, ਛੇਤੀ ਮੰਨ ਲੈਣੀ ਚਾਹੀਦੀ ਹੈ। ਜਿਵੇਂ ਕਿ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਹਰ ਇੱਕ ਬਜ਼ੁਰਗ, ਬੀਬੀਆਂ, ਬੱਚੇ ਵੀ ਜਿਹੜੇ ਕਿ ਡਟੇ ਹੋਏ ਆ, ਤੁਹਾਡਾ ਕੀ ਕਹਿਣਾ ਕਿਸਾਨੀ ਅੰਦੋਲਨ ਲੈ? ਹੁਣ ਤਾਂ ਬਹੁਤ ਟਾਈਮ ਹੋ ਗਿਆ ਜੀ ਕਿਸਾਨਾਂ ਨੂੰ ਅੜੇ ਹੋਏ, ਸਰਕਾਰ ਨੂੰ ਅੜੇ ਹੋਏ। ਕਿ ਸਰਕਾਰ ਨੂੰ ਹੁਣ ਇਹੀ ਚਾਹੀਦਾ ਹੈ ਕਿ ਕਿਸਾਨਾਂ ਦੀ ਮੰਗ ਪੂਰੀ ਤਰ੍ਹਾਂ ਮੰਨ ਲੈਣੀ ਚਾਹੀਦੀ ਹੈ। ਤੇ ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਹਾਂ ਤੇ ਅਸੀਂ ਡਟ ਕੇ ਸਰਕਾਰ ਦਾ ਵਿਰੋਧ ਕਰਦੇ ਹਾਂ ਕਿ ਕਿਸਾਨਾਂ ਦਾ ਸਮਰਥਨ ਮੰਨਿਆ ਜਾਵੇ। ਜਿਵੇਂ ਕਿ ਮੀਟਿੰਗਾਂ ਤੇ ਮੀਟਿੰਗਾਂ ਹੋਈ ਜਾਂਦੀਆਂ, ਮੋਦੀ ਸਰਕਾਰ ਮੀਟਿੰਗਾਂ ਧਰੀ ਜਾਂਦੀ, ਪਰ ਕੋਈ ਵੀ ਸਿੱਟਾ ਨਹੀਂ ਨਿਕਲਦਾ। ਤੁਹਾਨੂੰ ਲੱਗਦਾ ਕਿ ਇਸ ਮੀਟਿੰਗ ਦੇ ਵਿੱਚ, ਜਿਵੇਂ ਕਿ ਕੱਲ੍ਹ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ, ਇਹ ਮੀਟਿੰਗ ਦੀਆਂ ਤਾਰਾਂ ਮੋਦੀ ਸਰਕਾਰ ਦੇ ਨਾਲ ਜੁੜਨਗੀਆਂ? ਦੇਖੋ ਜੀ, ਇਹ ਤੇ ਸਰਕਾਰ ਦੇ ਆਪਣੇ ਨਿੱਜੀ ਮਾਮਲੇ ਨੇ। ਕੀ ਕਰਦੀ ਹੈ ਸਰਕਾਰ? ਹੁਣ ਅੱਗੇ 6-7 ਮੀਟਿੰਗਾਂ ਹੋ ਚੁੱਕੀਆਂ ਨੇ, ਜਿਵੇਂ ਕਿ ਹੁਣੇ ਸਰਕਾਰ ਦਾ ਕੁਝ ਨਜ਼ਰ ਨਹੀਂ ਰਵੱਈਆ ਆ ਰਿਹਾ ਜੀ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਕਿਸ ਖਾਲਿਸਤਾਨੀ ਬੈਠੇ ਕਾਮਰੇਡਾਂ ਦਾ ਇਹ ਸੰਘਰਸ਼ ਹੈ, ਕੀ ਕਹਿਣਾ ਚਾਹੋ? ਨਹੀਂ ਜੀ, ਕੋਈ ਖਾਲਿਸਤਾਨੀ ਨਹੀਂ ਹੈਗਾ, ਨਾ ਕੋਈ ਕਾਮਰੇਡ ਆ, ਕਿਉਂਕਿ ਉਹ ਆਪਣਾ ਹੱਕ ਮੰਗਣ ਲਈ ਗਏ ਨੇ, ਜੋ ਕਿ ਉਹਨਾਂ ਦਾ ਰਾਈਟ ਬਣਦਾ ਹੈ ਕਿਸਾਨਾਂ ਦਾ। ਇਸ ਨਾਲ ਸਾਰੇ ਹਿੰਦੁਸਤਾਨ ਨੂੰ, ਇੰਡੀਆ ਨੂੰ ਵਾਧਾ ਹੋਏਗਾ। ਇਹ ਵੀ ਕਿਹਾ ਜਾ ਰਿਹਾ ਕਿ ਅੰਨਦਾਤਾ ਨਹੀਂ ਹੈ, ਇੱਕ ਵਪਾਰੀ ਆ, ਕੀ ਕਹੋ? ਨਹੀਂ ਜੀ, ਇਹ ਅੰਨਦਾਤਾ ਜੀ, ਸ਼ੋਰ ਅੰਨਦਾਤਾ ਨੇ ਜੀ। ਇਹ ਕੀ ਆਖਰ ਦੇ ਵਿੱਚ ਅਪੀਲ ਕਰਨਾ ਚਾਹੋਗੇ ਮੋਦੀ ਸਰਕਾਰ? ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਕਾਲੇ ਕਾਨੂੰਨ ਵਾਪਸ ਲਿੱਤੇ ਜਾਣ ਤੇ ਉਹਨਾਂ ਨੂੰ, ਕਿਸਾਨਾਂ ਨੂੰ ਆਪਣੇ ਘਰ ਵਿੱਚ ਭੇਜਿਆ ਜਾਵੇ। ਜਿਵੇਂ ਕਿ ਦਿੱਲੀ ਦੇ ਵਿੱਚ ਹਰ ਬਜ਼ੁਰਗ, ਬੀਬੀਆਂ, ਬੱਚੇ ਤੱਕ ਡਟੇ ਹੋਏ ਆ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਅੰਦੋਲਨ ਦੇ ਬਾਰੇ? ਮੈਡਮ, ਜਿਹੜੀ ਸਰਕਾਰ ਦਾ ਜੋ ਰਵੱਈਆ ਆ ਹੁਣ ਤੱਕ ਸਾਹਮਣੇ ਆਇਆ ਆ, ਤੇ ਇਹਨਾਂ ਨੇ ਸਰਕਾਰ ਜਿਹੜੀ ਖਾਸ ਕਰਕੇ ਜਿਹੜੀ ਮੋਦੀ ਸਰਕਾਰ ਆ, ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਤਕਰੀਬਨ 70 ਕੁ ਸਾਲ ਹੋ ਗਏ ਆ, ਕੋਈ ਇੰਨੀ ਭੈੜੀ ਸਰਕਾਰ ਨਹੀਂ ਅੱਜ ਤੱਕ ਆਈ। ਕਿਉਂਕਿ ਇਹਨਾਂ ਦਾ ਜਿਹੜਾ ਏਜੰਡਾ ਆ, ਇਹ ਜਿਹੜੇ
ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਜ਼ਿਆਦਾ ਪਾਵਰਫੁਲ ਦੇਣਾ ਆ, ਔਰ ਸਾਡੇ ਜਿਹੜਾ ਭਾਰਤ ਸਾਡੀ ਕੰਟਰੀ ਨੂੰ ਇਹ ਜਿਹੜੇ ਲੋਕਾਂ ਦਾ ਬਿਲਕੁਲ ਨਹੀਂ ਧਿਆਨ ਰੱਖਿਆ ਜਾ ਰਿਹਾ। ਔਰ ਇਹ ਜਿਹੜੀ ਬੀਜੇਪੀ ਸਰਕਾਰ ਹੈ ਜੀ, ਜਿੰਨਾ ਵੀ ਇਹਦਾ ਵਿਰੋਧ ਕਰ ਸਕੇ ਇੰਨਾ ਕਰਨਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਬਹੁਤ ਹੀ ਘਟੀਆ ਕੰਮ ਕੀਤੇ ਆ। ਕਦੀ ਇਹ ਐਸਸੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਆ, ਕਦੀ ਇਹ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰਦੇ ਆ। ਅੱਜ ਇਹਨਾਂ ਨੇ ਜਿਹੜੇ ਭਾਰਤ ਦੇ ਕਿਸਾਨ ਜੋ ਅੰਨਦਾਤਾ ਆ ਤੇ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਆ, ਕਿਉਂਕਿ ਬੀਜੇਪੀ ਸਰਕਾਰ ਦਾ ਜਿਹੜਾ ਏਜੰਡਾ ਹੈ ਨਾ, ਤੁਸੀਂ ਉਹ ਦੇਖ ਲਓ ਉਹ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ। ਉਹਨਾਂ ਦੇ ਵਿੱਚ ਜੋ ਭ੍ਰਿਸ਼ਟਾਚਾਰ ਆਪਣੇ ਇੰਡੀਆ ਦੇ ਵਿੱਚ ਹੁਣ ਦੇਖਣ ਨੂੰ ਆ ਰਿਹਾ ਆ, ਬੀਜੇਪੀ ਸਰਕਾਰ ਦੇ ਹੁੰਦੇ ਹੋਏ ਅੱਜ ਤੱਕ 70 ਸਾਲਾਂ 'ਚ ਇੰਨਾ ਭ੍ਰਿਸ਼ਟ ਔਰ ਘਟੀਆ ਸਰਕਾਰ ਨਹੀਂ ਆਈ ਸਾਡੇ ਭਾਰਤ ਵਿੱਚ। ਔਰ ਦੇਖੋ ਜੀ, ਇਹ ਕਹਿੰਦੇ 20 ਲੱਖ ਕਰੋੜ ਰੁਪਈਆ ਇਹਨਾਂ ਨੇ ਜੀ ਅਨਾਉਂਸ ਕੀਤਾ, ਕਰੋਨਾ ਦੇ ਵਿੱਚ ਦਿੱਤਾ। ਇਹਨਾਂ ਨੇ ਦੱਸੋ ਕਿਹਨੂੰ ਦਿੱਤਾ, ਕਿਹਦੇ ਅਕਾਊਂਟ ਦੇ ਵਿੱਚ ਆਇਆ ਉਹ 20 ਲੱਖ ਕਰੋੜ ਰੁਪਈਆ ਜਿਹੜਾ ਸਰਕਾਰ ਕਹਿੰਦੀ ਅਸੀਂ ਦਿੱਤਾ ਆ, ਕਰੋਨਾ ਦਾ ਜਿਹੜਾ ਪੈਕੇਜ ਦਿੱਤਾ ਸੀ, ਕਿਹਨੂੰ ਦਿੱਤਾ? ਕਿਸੇ ਨੂੰ। ਜੇ ਸਾਡੇ ਅੰਨਦਾਤੇ ਨਾ ਹੁੰਦੇ ਸਾਡੇ ਭਾਰਤ ਵਿੱਚ, ਤੇ ਜੇ ਕਰੋਨਾ ਦੇ ਵਿੱਚ ਲੋਕਾਂ ਨੇ ਲੰਗਰ ਲਾਏ, ਕਿਸੇ ਲੋਕਾਂ ਨੂੰ ਇਹਨਾਂ ਨੂੰ 2 ਵਕਤ ਦੀ ਰੋਟੀ ਨਹੀਂ ਦੇ ਹੋਣੀ ਸੀ। ਇਹ ਕਹਿੰਦੇ ਜੀ ਅਸੀਂ ਜੀ ਸਰਕਾਰ ਨੇ ਕਹਿੰਦੇ ਜੀ ਇਹ ਬਹੁਤ ਕੁਝ ਕੀਤਾ। ਕੀ ਕੀਤਾ? ਕੁਛ ਨਹੀਂ ਕੀਤਾ ਇਹ ਸਰਕਾਰ ਨੇ। ਇਹ ਝੂਠੇ ਔਰ ਲਾਰੇ ਔਰ ਬੇਈਮਾਨਾਂ ਦੀ ਸਰਕਾਰ ਹੈ। ਇਹਦਾ ਜਿੰਨਾ ਵਿਰੋਧ ਕਰ ਸਕੇ ਕਰਨਾ ਚਾਹੀਦਾ ਜੀ। ਇੱਕ ਤੇ ਵੀ ਕਿਹਾ ਜਾਂਦਾ ਕਿ ਪੰਜਾਬ ਉੱਡਦਾ ਪੰਜਾਬ ਹੈ, ਜਿਹੜੀ ਨੌਜਵਾਨ ਪੀੜ੍ਹੀ ਨਸ਼ੇੜੀ ਹੈ, ਪਰ ਉਹੀ ਯੂਥ ਹੈ ਜਿਹੜਾ ਕਿ ਡਟਿਆ ਹੋਇਆ ਸੰਘਰਸ਼ ਤੇ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਡਮ, ਯੂਥ ਜਿਹੜਾ ਸਾਨੂੰ ਕਹਿ ਰਹੇ ਸੀ ਉੱਡਦਾ ਪੰਜਾਬ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ, ਇਹ ਤਾਂ ਸਿਰਫ ਇਹਨਾਂ ਨੇ ਇੱਕ ਸਾਡੇ ਤੇ ਲੋਗੋ ਲਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਸਾਡੇ ਜਿਹੜੇ ਨੌਜਵਾਨ, ਸਾਡੀ ਜਵਾਨੀ ਨੇ ਇਹਨਾਂ ਨੂੰ ਮੋੜਵਾਂ ਜਵਾਬ ਜਿਹੜਾ ਦਿੱਲੀ ਦੇ ਹਿੱਕ ਦੇ ਉੱਤੇ ਚੜ੍ਹ ਕੇ ਦਿੱਤਾ ਆ। ਤੇ ਇਹ ਅੱਜ ਇਹਨਾਂ ਨੂੰ ਆਪ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੀ ਇਹ ਸਰਕਾਰ ਨੇ ਸਾਨੂੰ ਜਿਹੜਾ ਇਲਜ਼ਾਮ ਲਾ ਰਹੇ ਸੀ, ਅੱਜ ਦੇਖੋ ਸਾਡੇ ਪੰਜਾਬ ਦੇ ਵਿੱਚ ਕਿਹੜਾ ਨਸ਼ਈ ਆ ਉਹ ਦਿੱਲੀ ਦੇ ਵਿੱਚ ਗਏ। ਇਹ ਜਿਹੜਾ ਅੰਦੋਲਨ ਹੈ ਭਾਰਤ ਦਾ ਪੂਰੇ ਦਾ ਅੰਦੋਲਨ ਹੈ। ਜਿਹੜਾ ਮੀਡੀਆ, ਜਿਹੜਾ ਤੁਹਾਡਾ ਧੰਨਵਾਦ ਹੈ ਜੋ ਤੁਸੀਂ ਸਾਂਝ ਟੀਵੀ ਵਾਲੇ ਜਿਹੜੀ ਸਾਡੀ ਖਬਰ ਲਾ ਰਹੇ ਹੋ, ਔਰ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਰਹੇ ਹੋ। ਤੇ ਲੇਕਿਨ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਨੈਸ਼ਨਲ ਮੀਡੀਆ ਹੈ, ਉਹਨਾਂ ਨੇ ਸਾਨੂੰ ਇੰਨਾ ਬਦਨਾਮ ਕਰ ਦਿੱਤਾ ਆ ਕਿ ਅਸੀਂ ਜੇ ਬਾਹਰਲੀ ਸਟੇਟ 'ਚ ਜਾਂਦੇ ਸੀਗੇ ਤਾਂ ਸਾਨੂੰ ਇਹ ਕਰਦੇ ਸੀ ਕਿ ਹਾਂਜੀ ਭਾਈ ਤੁਸੀਂ ਕਿਹੜਾ ਨਸ਼ਾ ਕਰਦੇ ਹੋ। ਇਹ ਅੱਜ ਇਹਨਾਂ ਦੇ ਮੂੰਹ 'ਤੇ ਇੱਕ ਬਹੁਤ ਵੱਡੀ ਚਪੇੜ ਆ, ਜਿਹੜੀ ਕਹਿੰਦੇ ਸੀ ਪੰਜਾਬ ਦਾ ਯੂਥ ਨਸ਼ੇੜੀ ਹੋ ਜਾਏਗਾ, ਉੱਡਦਾ ਪੰਜਾਬ ਹੋ ਚੁੱਕਿਆ ਆ। ਅੱਜ ਪੰਜਾਬ ਨੇ ਹਮੇਸ਼ਾ ਹੀ ਪੰਜਾਬ ਨੇ ਕਦੀ ਵੀ ਚਾਹੇ ਉਹ ਆਪਣੇ ਦੇਸ਼ ਦੀ ਆਜ਼ਾਦੀ ਲਈ ਹੋਵੇ, ਚਾਹੇ ਬਾਰਡਰਾਂ ਤੇ ਹੋਵੇ, ਚਾਹੇ ਜਦੋਂ ਕਿ ਪੰਜਾਬ ਕਿਸੇ ਲਈ ਲੜਦਾ ਆ ਉਦੋਂ ਕਹਿੰਦੇ ਜੀ ਸਾਡਾ ਸ਼ਹੀਦ ਆ। ਜਦੋਂ ਆਪਣੀ ਪੰਜਾਬੀ ਆਪਣਾ ਹੱਕ ਮੰਗਦਾ ਆ, ਅਸੀਂ ਖਾਲਿਸਤਾਨੀ ਹੋ ਜਾਂਦੇ ਆ, ਅਸੀਂ ਉਗਰਵਾਦੀ ਹੋ ਜਾਂਦੇ ਆ। ਇਹ ਜਿਹੜੀਆਂ ਸਰਕਾਰ ਹੈ ਬੀਜੇਪੀ ਸਰਕਾਰ, ਹਮੇਸ਼ਾ ਹੀ ਬੀਜੇਪੀ ਸਰਕਾਰ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ। ਔਰ ਮੋਦੀ ਸਾਹਿਬ ਨੇ ਕੀ ਕੀਤਾ, ਗੁਜਰਾਤ ਦੇ ਵਿੱਚ ਇੱਕ ਫੁੱਟਪਾਥ ਤੇ ਲੋਕਾਂ ਦੀ ਚਲੋ ਡੈਥ ਹੋ ਗਈ, ਉਹ ਵੀ ਮਾੜੀ ਗੱਲ ਆ, ਉਹਦੇ ਲਈ ਸੋਗ ਕੀਤਾ ਉਹਨਾਂ ਨੇ। ਲੇਕਿਨ ਜਿਹੜੇ ਪੰਜਾਬ ਦੀਆਂ ਸਾਡੀਆਂ ਇੰਨੀਆਂ ਕੀਮਤੀ ਜਾਨਾਂ ਚਲੇ ਗਈਆਂ, ਉਹਨਾਂ ਦੇ ਵਿੱਚ ਇੱਕ ਫੁੱਟੀ ਮੂੰਹ ਦੇ ਵਿੱਚ ਇੱਕ ਲਫ਼ਜ਼ ਨਹੀਂ ਉਹਨਾਂ ਦੇ ਫੁੱਟਿਆ। ਇਹ ਬਹੁਤ ਭੈੜੀ ਸਰਕਾਰ ਆ। ਇਹਦੇ ਸਾਰੇ ਹੀ ਵਰਗ ਦੇਖੋ ਜੀ, ਅੱਜ ਕਿਸਾਨ ਦਾ ਜੋ ਹਾਲ ਹੋ ਰਿਹਾ ਆ, ਇਹ ਦੇਖੋ ਕਿ ਗਰੀਬ ਤੋਂ ਲੈ ਕੇ ਹਰੇਕ ਵਰਗ ਨੂੰ ਇਹਦਾ ਅਸਰ ਪੈਣਾ ਆ। ਕਿਉਂਕਿ ਇੱਕ ਜਿਹੜੀ ਚੀਜ਼ ਹੈ 10 ਰੁਪਏ ਦੀ ਕਿਸਾਨ ਕਹਿੰਦਾ ਹੈ, ਸਿੱਧਾ ਜੀ ਸਪਸ਼ਟ ਸ਼ਬਦਾਂ ਸਮਝਾਉਣਾ ਹੋਵੇ, ਕਿਸਾਨ ਕਹਿੰਦਾ ਕਿ ਮੈਂ ਗਰੀਬ ਨੂੰ 20 ਤੋਂ 25 ਰੁਪਏ ਆਟਾ ਲੈ ਕੇ ਖਵਾਉਣਾ ਆ। ਜਿਹੜੀ ਸਾਡੀ ਸਰਕਾਰ ਆ ਉਹ ਕਹਿੰਦੀ ਨਹੀਂ, ਅਸੀਂ ਕਾਰਪੋਰੇਟ ਘਰਾਣਿਆਂ 'ਚ ਇਹ ਅਨਾਜ ਲਿਜਾਵਾਂਗੇ ਤੇ ਲੋਕਾਂ ਨੂੰ ਇਹ 150 ਰੁਪਏ ਕਿਲੋ ਆਟਾ ਅਸੀਂ ਖਵਾਵਾਂਗੇ। ਜਿਵੇਂ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਧਰੀਆਂ ਜਾ ਰਹੀਆਂ, ਪਰ ਕੋਈ ਵੀ ਮੀਟਿੰਗ ਦਾ ਹੱਲ ਨਹੀਂ ਨਿਕਲਦਾ। ਲੱਗਦਾ ਕਿ ਇਹਨਾਂ ਮੀਟਿੰਗਾਂ ਤੇ ਕਿਸਾਨਾਂ ਦਾ ਕੋਈ ਹੱਲ ਨਿਕਲੇਗਾ? ਮੈਡਮ, ਸਰਕਾਰ ਕਿਉਂਕਿ ਜਿਹੜੀ ਹੁਣ ਚੀਜ਼ ਉਹਨੇ ਵੇਚ ਚੁੱਕਿਆ ਆ, ਕਾਰਪੋਰੇਟ ਘਰਾਣਿਆਂ ਨੂੰ ਵੇਚ ਚੁੱਕਾ ਆ। ਕਿਉਂਕਿ ਇਹਨਾਂ ਦੀ ਸੋਚ ਜਿਹੜੀ ਸੀ ਕਿ ਦੇਖੋ ਅੱਜ BSNL ਮਹਿਕਮਾ ਜਿਹੜਾ ਉਹ ਵੀ ਵੇਚਣ ਤੇ ਆਇਆ ਆ, ਭਾਰਤੀ ਪੈਟਰੋਲੀਅਮ ਵੇਚਣ ਤੇ ਆਏ, LIC ਵੇਚਣ ਤੇ ਸਭ ਕੁਝ। ਜਿਹੜਾ ਪੇ ਦਾਦੇ ਦੀ, ਮੈਂ ਖਾਸ ਕੇ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜਾ ਬੰਦਾ ਪੇ ਦਾਦੇ ਦੀ ਨਾ ਜਿਹੜੀ ਕਮਾਈ ਹੁੰਦੀ FDਆਂ ਤੜਾ ਕੇ ਔਰ ਜਿਹੜੀ ਪ੍ਰਾਪਰਟੀ ਵੇਚ ਕੇ ਘਰ ਚਲਾਉਂਦੇ, ਉਹਨੂੰ ਨਲਾਇਕ ਪੁੱਤ ਕਹਿੰਦੇ ਆ। ਤੇ ਮੋਦੀ ਸਾਹਿਬ ਅੱਜ ਨਲਾਇਕ ਪੁੱਤ ਸਾਬਤ ਹੋ ਰਹੇ ਆ। ਕਿਸਾਨੀ ਅੰਦੋਲਨ 'ਚ ਜਿਵੇਂ ਕਿ ਹਰ ਇੱਕ ਵਰਗ ਸਹਿਯੋਗ ਕਰ ਰਿਹਾ, ਤੁਹਾਡਾ ਕੀ ਕਹਿਣਾ ਕਿਸਾਨੀ ਅੰਦੋਲਨ ਬਾਰੇ? ਅਸੀਂ ਵਪਾਰ ਵਰਗ ਵੀ ਇਹਨਾਂ ਦੇ ਨਾਲ ਆ, ਬਿਲਕੁਲ ਖੜੇ ਆ। ਕੱਲ ਨੂੰ ਸਾਨੂੰ ਇਹਨਾਂ ਦੇ ਹੱਕ 'ਚ ਖੜਾ ਹੋਣਾ ਪਿਆ, ਅਸੀਂ ਵੀ ਨਾਲ ਖੜਾਂਗੇ ਇਹਨਾਂ ਦੇ ਬਕਾਇਦਾ। ਸਾਨੂੰ ਵੀ ਆਪਣੇ ਕਾਰੋਬਾਰ ਬੰਦ ਕਰਨੇ ਪਏ, ਅਸੀਂ ਵੀ ਬਿਲਕੁਲ ਬੰਦ ਕਰਾਂਗੇ, ਕਿਉਂਕਿ ਇਹਨਾਂ ਨਾਲ ਹੀ ਸਾਡਾ ਸਾਰਾ ਕੋਈ ਰੁਜ਼ਗਾਰ ਜੁੜਿਆ ਹੈ। ਜੇ ਇਹ ਨਹੀਂ ਤਾਂ ਅਸੀਂ ਵੀ ਕੁਝ ਨਹੀਂ ਹੈਗੇ। ਜਿਵੇਂ ਕਿ ਮੀਟਿੰਗਾਂ ਰੱਖੀਆਂ ਜਾ ਰਹੀਆਂ, ਪਰ ਕੋਈ ਹੱਲ ਨਹੀਂ ਨਿਕਲਦਾ। ਲੱਗਦਾ ਕਿ ਇਹਨਾਂ ਮੀਟਿੰਗਾਂ ਦਾ ਕਿਸਾਨਾਂ ਦਾ ਕੋਈ ਹੱਲ ਨਿਕਲੇਗਾ? ਜ਼ਰੂਰ ਸਿੱਟਾ ਨਿਕਲੂਗਾ ਇਸ ਗੱਲ ਦਾ। ਇਹ ਨਹੀਂ ਹੋ ਸਕਦਾ ਵੀ ਨਹੀਂ ਨਿਕਲੇਗਾ ਜ਼ਰੂਰ। ਦੇਰ ਆਏ ਅੰਧੇਰ ਆਏ ਵਾਲਾ ਹਿਸਾਬ ਆ, ਆਣਾ ਜ਼ਰੂਰ ਹੈ ਇੱਕ ਦਿਨ, ਇਹਦਾ ਹੱਲ ਜ਼ਰੂਰ ਨਿਕਲੇਗਾ। ਜਿਵੇਂ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਕਾਨੂੰਨ ਕਿਸਾਨ ਦੇ ਹੱਕ ਵਿੱਚ ਹੈ, ਪਰ ਕਿਸਾਨਾਂ ਨੂੰ ਵਰਗਲਾ ਕੇ ਉੱਥੇ ਬਿਠਾਇਆ ਗਿਆ। ਇਸ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਕਿਸੇ ਨੂੰ ਕੋਈ ਵਰਗਲਾਇਆ ਨਹੀਂ ਗਿਆ। ਇਹ ਤਾਂ ਆਪਣੇ ਹੈਗੀ ਮਨ ਦੀ ਆਵਾਜ਼, ਆਤਮਾ। ਜਦੋਂ ਕੋਈ ਗੈਰ ਕਾਨੂੰਨੀ ਕੋਈ ਕੰਮ ਹੁੰਦੇ ਆ ਤਾਂ ਇਹ ਜਿੰਨੀਆਂ ਵੀ ਹੈਗੀਆਂ ਜਨਤਾ, ਪਬਲਿਕ ਸਾਰੀ ਆਪਣੇ ਆਪ ਉੱਠਦੀ ਆ।
ਤੇ ਸਾਰਿਆਂ ਦੀ ਆਤਮਾ ਆਪਣੇ ਆਪ ਉੱਠੀ ਆ ਤੇ ਉੱਠੇ ਆ। ਜੇ ਗਲਤ ਕੰਮ ਹੋ ਰਿਹਾ ਤਾਂ ਇਸ ਕਰਕੇ ਉੱਠੇ ਆ। ਇਹ ਵੀ ਕਿਹਾ ਜਾਂਦਾ ਕਿ ਕਿਸਾਨ ਜਿਹੜਾ ਅੰਨਦਾਤਾ ਨਹੀਂ ਪਰ ਵਪਾਰੀ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਕੋਈ ਵਪਾਰੀ ਨਹੀਂ ਹੈਗਾ। ਪਹਿਲਾਂ ਤਾਂ ਉਹ ਅੰਨਦਾਤਾ ਆ। ਵਪਾਰ ਤਾਂ ਅਸੀਂ ਲੋਕ ਕਰਦੇ ਆ। ਜੇ ਇਹ ਨਹੀਂ ਹੈਗੇ ਤਾਂ ਸਾਡਾ ਵਪਾਰ ਆਪਣੇ ਆਪ ਰੁਕ ਜਾਣਾ ਹੈਗਾ ਆ। ਆਖਿਰ ਦੇ ਵਿੱਚ ਕਿਵੇਂ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ, ਕਿਵੇਂ ਸ਼ੀਸ਼ਾ ਦਿਖਾਉਣਾ ਚਾਹੋਗੇ ਕਿ ਇਹ ਕਾਨੂੰਨ ਜਲਦ ਤੋਂ ਜਲਦ ਰੱਦ ਕੀਤੇ ਜਾਣ? ਸ਼ੀਸ਼ਾ ਤਾਂ ਹੁਣ ਆਪਣੇ ਆਪ ਹੀ ਝੁਕੇਗੀ ਸਰਕਾਰ ਜੀ। ਜਦੋਂ ਇੰਨਾ ਵਰਗ ਇੰਨੀ ਜਨਤਾ ਆਪਣੇ ਆਪ ਖੜੀ ਹੋ ਗਈ ਆ ਤੇ ਇਹਨਾਂ ਨੂੰ ਆਪਣੇ ਆਪ ਹੀ ਝੁਕਣਾ ਹੀ ਪੈਣਾ ਆ। ਇਹ ਕੋਈ ਗਲਤ ਅੰਦੋਲਨ ਨਹੀਂ ਹੈਗਾ, ਬਿਲਕੁਲ ਸਹੀ ਅੰਦੋਲਨ ਚੱਲ ਰਿਹਾ। ਸੋ ਇੱਥੇ ਤੋਂ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਜਿਵੇਂ ਕਿ ਸਾਰੇ ਵਰਗਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਕਿ ਸਰਕਾਰ ਇਹ ਕਾਨੂੰਨ ਜਲਦ ਤੋਂ ਜਲਦ ਰੱਦ ਕੀਤੇ ਜਾਵੇ ਤੇ ਇਸੇ ਤਰ੍ਹਾਂ ਇੱਥੇ ਦੇ ਦੁਕਾਨਦਾਰ ਨੇ ਵੀ ਇਹੀ ਕਿਹਾ ਕਿ ਜਲਦ ਤੋਂ ਜਲਦ ਮੋਦੀ ਸਰਕਾਰ ਜਿਹੜਾ ਕਾਨੂੰਨ ਰੱਦ ਕਰਨ, ਕਿਉਂਕਿ ਉਹ ਵੀ ਜਿਹੜੇ ਕਿ ਸਾਰੇ ਕਿਸਾਨਾਂ ਦੇ ਨਾਲ ਹੈ। ਜੇ ਕਿਸਾਨ ਖੁਸ਼ ਹੈ ਤੇ ਉਹ ਖੁਸ਼ ਹੈ ਤੇ ਆਪਾਂ ਵੀ ਆਸ ਕਰਦੇ ਹਾਂ, ਅਸੀਂ ਕਿਸਾਨ ਟੀਵੀ ਦੇ ਵੱਲੋਂ ਆਸ ਕਰਦੇ ਹਾਂ ਕਿ ਜਿਹੜੇ ਕਿ ਸਰਕਾਰ ਜਲਦ ਤੋਂ ਜਲਦ ਜਿਹੜੇ ਕਿ ਕਿਸਾਨਾਂ ਦੇ ਕਾਨੂੰਨ ਰੱਦ ਕਰਨ ਤਾਂ ਜੋ ਕਿਸਾਨ ਮੁੜ ਆਪਣੇ ਘਰਾਂ ਵਿੱਚ ਬੈਠ ਕੇ ਸਾਰੇ ਦੇਸ਼ ਦਾ ਜਿਹੜਾ ਪੇਟ ਭਰ ਸਕਣ। ਸੋ ਇਸ ਦੇ ਨਾਲ ਮੈਨੂੰ ਸੁਨੈਣ ਤੇ ਕੈਮਰਾਮੈਨ ਜਿਸੀ ਸੈਡਨ ਦੇ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ ਬ੍ਰਿਟਿਸ਼ ਐਜੂਕੇਸ਼ਨ ਤੋਂ। ਅੱਜ ਅਸੀਂ ਯੂਕੇ ਦਾ ਇੱਕ ਹੋਰ ਵੀਜ਼ਾ ਲਿੱਤਾ ਵਾ। सर्विस वाली योदा मैं मेरे फ्रेंड ने रिकमेंडेड किया सी को फाइल थ्रू ब्रिटिश एजुकेशन लवाओ ਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ ਐਂਡ ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਸਪਾਊਸ ਵੀਜ਼ੇ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ 'ਚ ਬਹੁਤ ਖੁਸ਼ ਹਾਂ ਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਤੇ ਬਿਜ਼ਨਸ ਸਪਾਊਸ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਟ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਟ ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦਿਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ। ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ। ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲਿੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗ੍ਰੈਸ ਕਰਨਾ ਚਾਹੂੰਗਾ। ਆਫਟਰ ਲੋਕਡਾਊਨ ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ। ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ।